ਡੇਵਿਡ ਜੇ ਸ਼ਵਾਰਜ਼ ਦਾ ਅਗਲਾ ਵਿਸ਼ਾ ਹੈ ਰਚਨਾਤਮਕ ਤਰੀਕਿਆਂ ਨਾਲ ਕਿਵੇਂ ਸੋਚੀਏ ਤੇ ਸੁਪਨੇ ਵੇਖੀਏ। ਸਭ ਤੋਂ ਪਹਿਲਾਂ ਤਾਂ ਰਚਨਾਤਮਕ ਸੋਚ ਨੂੰ ਲੈ ਕੇ ਫੈਲੀ ਹੋਈ ਇੱਕ ਗਲਤਫਹਿਮੀ ਨੂੰ ਦੂਰ ਕਰ। ਨਾ ਜਾਣੇ ਕਿਉਂ ਵਿਗਿਆਨ, ਇੰਜੀਨੀਅਰਿੰਗ, ਸਾਹਿਤ ਤੇ ਕਲਾ ਨੂੰ ਹੀ ਰਚਨਾਤਮਕ ਕੰਮ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ 'ਚ ਰਚਨਾਤਮਕ ਸੋਚ ਦਾ ਅਰਥ ਹੁੰਦਾ ਹੈ ਬਿਜਲੀ ਜਾਂ ਪੋਲੀਓ ਵੈਕਸੀਨ ਦੀ ਖੋਜ ਜਾਂ ਨਾਵਲ ਲਿਖਣਾ, ਰੰਗੀਨ ਟੈਲੀਵਿਜ਼ਨ ਦੀ ਖੋਜ ਕਰਨਾ। ਨਿਸ਼ਚਿਤ ਤੌਰ ਤੇ ਸਾਰੀਆਂ ਉਪਲਬਧੀਆਂ ਰਚਨਾਤਮਕ ਸੋਚ ਦਾ ਹੀ ਨਤੀਜਾ ਹਨ। ਪੁਲਾੜ ਨੂੰ ਇਨਸਾਨ ਇਸ ਲਈ ਜਿੱਤ ਸਕਿਆ ਕਿਉਂਕਿ ਉਹਨੇ ਰਚਨਾਤਮਕ ਸੋਚ ਦਾ ਸਹਾਰਾ ਲਿਆ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਚਨਾਤਮਕ ਸੋਚ ਦਾ ਸੰਬੰਧ ਕੇਵਲ ਕੁਝ ਖਾਸ ਕਾਰੋਬਾਰਾਂ ਨਾਲ ਹੀ ਨਹੀਂ ਹੁੰਦਾ, ਨਾ ਹੀ ਬੜੇ ਬੁੱਧੀਮਾਨ ਲੋਕਾਂ ਨਾਲ ਇਹਦਾ ਕੋਈ ਵਿਸ਼ੇਸ਼ ਸੰਬੰਧ ਹੁੰਦਾ ਹੈ। ਫਿਰ ਰਚਨਾਤਮਕ ਸੋਚ ਹੈ ਕੀ? ਘੱਟ ਆਮਦਨ ਵਾਲਾ ਪਰਿਵਾਰ ਆਪਣੇ ਬੱਚਿਆਂ ਨੂੰ ਕਿਸੇ ਪ੍ਰਸਿੱਧ ਯੂਨੀਵਰਸਿਟੀ 'ਚ ਭੇਜਣ ਲਈ ਯੋਜਨਾ ਬਣਾਉਂਦਾ ਹੈ, ਇਹ ਰਚਨਾਤਮਕ ਸੋਚ ਹੈ। ਕੋਈ ਪਰਿਵਾਰ ਆਪਣੇ ਆਲੇ ਦੁਆਲੇ ਦੀ ਬਹੁਤ ਬੁਰੀ ਜਗ੍ਹਾ ਨੂੰ ਸਭ ਤੋਂ ਸੁੰਦਰ ਜਗ੍ਹਾ 'ਚ ਬਦਲ ਦਿੰਦਾ ਹੈ, ਇਹ ਰਚਨਾਤਮਕ ਸੋਚ ਹੈ। ਕੋਈ ਪਾਦਰੀ ਇਹੋ ਜਿਹੀ ਯੋਜਨਾ ਬਣਾਉਂਦਾ ਹੈ ਜਿਸ ਨਾਲ ਐਤਵਾਰ ਸ਼ਾਮ ਦੀ ਹਾਜ਼ਰੀ ਦੁੱਗਣੀ ਹੋ ਜਾਂਦੀ ਹੈ, ਇਹ ਰਚਨਾਤਮਕ ਸੋਚ ਹੈ। ਜੇ ਤੁਸੀਂ ਰਿਕਾਰਡ ਕੀਪਿੰਗ ਨੂੰ ਸਰਲ ਬਣਾਉਣ ਦੇ ਤਰੀਕੇ ਲੱਭਦੇ ਹੋ, ਅਸੰਭਵ ਗ੍ਰਾਹਕ ਨੂੰ ਸਮਾਨ ਵੇਚਣ ਦੇ ਤਰੀਕੇ ਲੱਭਦੇ ਹੋ, ਰਚਨਾਤਮਕ ਤੌਰ ਤੇ ਬੱਚਿਆਂ ਨੂੰ ਵਿਅਸਤ ਰੱਖਦੇ ਹੋ, ਇਹੋ ਜਿਹਾ ਉਪਾਅ ਕਰਦੇ ਹੋ ਜਿਸ ਨਾਲ ਤੁਹਾਡੇ ਵਰਕਰ ਦਿਲ ਲਾ ਕੇ ਕੰਮ ਕਰਨ, ਜਾਂ ਤੁਸੀਂ ਕਿਸੇ ਨਿਸ਼ਚਿਤ ਝਗੜੇ ਨੂੰ ਰੋਕ ਲੈਂਦੇ ਹੋ, ਇਹ ਸਾਰੇ ਵਿਹਾਰਕ ਜੀਵਨ 'ਚ ਰਚਨਾਤਮਕ ਸੋਚ ਦੇ ਉਦਾਹਰਣ ਹਨ। ਰਚਨਾਤਮਕ ਸੋਚ ਦਾ ਅਰਥ ਹੈ ਕਿਸੇ ਵੀ ਕੰਮ ਨੂੰ ਕਰਨ ਲਈ ਨਵੇਂ ਸੁਧਰੇ ਹੋਏ ਤਰੀਕੇ ਲੱਭਣਾ। ਹਰ ਥਾਂ ਸਫਲਤਾ ਇਸੇ ਗੱਲ 'ਚ ਛੁਪੀ ਹੁੰਦੀ ਹੈ ਕਿ ਤੁਸੀਂ ਚੀਜ਼ਾਂ ਨੂੰ ਬਿਹਤਰ ਤਰੀਕਿਆਂ ਨਾਲ ਕਰਨ ਦੇ ਉਪਾਅ ਕਿਵੇਂ ਲੱਭਦੇ ਹੋ, ਫਿਰ ਚਾਹੇ ਉਹ ਸਫਲਤਾ ਘਰ 'ਚ ਹੋਵੇ, ਕੰਮ ਧੰਦਿਆਂ ਜਾਂ ਸਮਾਜ 'ਚ ਹੋਵੇ। ਆਓ ਦੇਖੀਏ ਅਸੀਂ ਆਪਣੀ ਰਚਨਾਤਮਕ ਸੋਚ ਦੀ ਯੋਗਤਾ ਨੂੰ ਕਿਵੇਂ ਵਿਕਸਿਤ ਕਰਕੇ ਇਹਦੀ ਆਦਤ ਪਾ ਸਕਦੇ ਹਾਂ। ਪਹਿਲਾ ਕਦਮ, ਵਿਸ਼ਵਾਸ ਕਰੋ ਕਿ ਕੰਮ ਕੀਤਾ ਜਾ ਸਕਦਾ ਹੈ। ਇੱਕ ਬੁਨਿਆਦੀ ਸੱਚਾਈ ਜਾਣ ਲਓ, ਕਿਸੇ ਵੀ ਕੰਮ ਨੂੰ ਕਰਨ ਲਈ ਪਹਿਲਾਂ ਤੁਹਾਨੂੰ ਇਹ ਭਰੋਸਾ ਕਰਨਾ ਪਏਗਾ ਕਿ ਇਹਨੂੰ ਕੀਤਾ ਜਾ ਸਕਦਾ ਹੈ। ਇੱਕ ਵਾਰੀ ਤੁਸੀਂ ਇਹ ਸੋਚ ਲਓ ਕਿ ਇਹ ਕੰਮ ਸੰਭਵ ਹੈ ਤੇ ਫਿਰ ਤੁਸੀਂ ਇਹਨੂੰ ਕਰਨ ਦਾ ਤਰੀਕਾ ਸੋਚ ਲਓਗੇ। ਟ੍ਰੇਨਿੰਗ ਦੇਣ ਵੇਲੇ ਮੈਂ ਰਚਨਾਤਮਕ ਸੋਚ ਦੇ ਇਸ ਪਹਿਲੂ ਨੂੰ ਸਮਝਾਉਣ ਲਈ ਆਮ ਕਰਕੇ ਇਹ ਉਦਾਹਰਨ ਦਿੰਦਾ। ਮੈਂ ਲੋਕਾਂ ਨੂੰ ਪੁੱਛਦਾ, ਤੁਹਾਡੇ ਚੋਂ ਕਿੰਨੇ ਲੋਕਾਂ ਨੂੰ ਲੱਗਦਾ ਹੈ ਕਿ 30 ਸਾਲ ਬਾਅਦ ਅਸੀਂ ਜੇਲ੍ਹ ਵਿਹੀਨ ਸਮਾਜ 'ਚ ਰਹਿ ਸਕਾਂਗੇ, ਵਿਦਆਊਟ ਜੇਲ੍ਹ? ਹਮੇਸ਼ਾ ਸਮੂਹ ਦੇ ਚਿਹਰਿਆਂ ਤੇ ਹਵਾਈਆਂ ਉੱਡਦੀਆਂ ਨਜ਼ਰ ਆਉਂਦੀਆਂ। ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਸ਼ਾਇਦ ਇਹ ਗਲਤ ਸੁਣ ਰਹੇ ਹਾਂ ਜਾਂ ਫਿਰ ਮੈਂ ਗੰਭੀਰ ਕਿਸਮ ਦਾ ਮਖੌਲ ਕਰ ਰਿਹਾ। ਇਸ ਲਈ ਥੋੜਾ ਠਹਿਰਨ ਤੋਂ ਬਾਅਦ ਮੈਂ ਫਿਰ ਪੁੱਛਦਾ, ਤੁਹਾਡੇ ਚੋਂ ਕਿੰਨੇ ਲੋਕਾਂ ਨੂੰ ਲੱਗਦਾ ਹੈ ਕਿ 30 ਸਾਲ ਬਾਅਦ ਅਸੀਂ ਜੇਲ੍ਹ ਵਿਹੀਨ ਸਮਾਜ 'ਚ ਰਹਿ ਸਕਾਂਗੇ? ਇੱਕ ਵਾਰ ਇਹ ਨਿਸ਼ਚਿਤ ਹੋ ਜਾਣ ਤੋਂ ਬਾਅਦ ਕਿ ਮੈਂ ਮਖੌਲ ਨਹੀਂ ਕਰ ਰਿਹਾ, ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਹਿੰਦਾ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ 30 ਸਾਲ ਬਾਅਦ ਸਾਰੇ ਹਥਿਆਰੇ, ਚੋਰ, ਚੱਕੇ, ਬਲਾਤਕਾਰੀ ਜੇਲ੍ਹ 'ਚ ਬੰਦ ਰਹਿਣ ਦੀ ਬਜਾਏ ਸੜਕਾਂ ਤੇ ਖੁੱਲ੍ਹੇ ਆਮ ਘੁੰਮਣਗੇ। ਤੁਸੀਂ ਜਾਣਦੇ ਹੋ ਇਹਦਾ ਨਤੀਜਾ ਕੀ ਹੋਏਗਾ? ਸਾਡੇ 'ਚੋਂ ਕੋਈ ਸੁਰੱਖਿਅਤ ਨਹੀਂ ਰਹਿ ਪਾਏਗਾ। ਸਾਡੇ ਸਮਾਜ ਦਾ ਕੰਮ ਜੇਲ੍ਹ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਤੇ ਦੂਜੇ ਲੋਕ ਵੀ ਬੋਲਣ ਲੱਗਦੇ ਆ, ਜੇ ਜੇਲ੍ਹਾਂ ਨਾ ਹੋਣ ਤਾਂ ਸਾਡੀ ਕਾਨੂੰਨ ਵਿਵਸਥਾ ਠੱਪ ਹੋ ਜਾਏਗੀ। ਕੁਝ ਲੋਕ ਤਾਂ ਪੈਦਾਇਸ਼ੀ ਮੁਜਰਮ ਹੁੰਦੇ ਆ, ਜਿੰਨੀਆਂ ਹਨ ਸਾਨੂੰ ਉਹ ਤੋਂ ਜ਼ਿਆਦਾ ਜੇਲ੍ਹਾਂ ਦੀ ਲੋੜ ਹੈ। ਕੀ ਤੁਸੀਂ ਅੱਜ ਸਵੇਰ ਦੇ ਅਖਬਾਰ 'ਚ ਹੱਤਿਆ ਦੀ ਉਹ ਖਬਰ ਪੜ੍ਹੀ ਸੀ? ਤੇ ਲੋਕ ਬੋਲਦੇ ਚਲੇ ਜਾਂਦੇ ਹਨ, ਇੱਕ ਤੋਂ ਬਾਅਦ ਇੱਕ ਚੰਗੇ ਕਾਰਨ ਦੱਸਦੇ ਹਨ ਕਿ ਸਾਡੇ ਸਮਾਜ ਵਿੱਚ ਜੇਲ੍ਹਾਂ ਦਾ ਹੋਣਾ ਕਿਉਂ ਲਾਜ਼ਮੀ ਹੈ। ਇੱਕ ਆਦਮੀ ਨੇ ਇੱਥੋਂ ਤੱਕ ਸੁਝਾਅ ਦਿੱਤਾ ਹੈ ਕਿ ਸਾਡੇ ਸਮਾਜ ਵਿੱਚ ਜੇਲ੍ਹਾਂ ਇਸ ਕਰਕੇ ਹੋਣੀਆਂ ਚਾਹੀਦੀਆਂ ਤਾਂ ਜੋ ਪੁਲਿਸ ਤੇ ਜੇਲ੍ਹ ਸੰਤਰੀਆਂ ਦੀ ਨੌਕਰੀ ਬਚੀ ਰਹਿ ਸਕੇ। ਮੈਂ 10 ਮਿੰਟਾਂ ਤੱਕ ਲੋਕਾਂ ਨੂੰ ਇਹ ਸਿੱਧ ਕਰਨ ਦਿੰਦਾ ਕਿ ਜੇਲ੍ਹਾਂ ਨੂੰ ਖਤਮ ਕਿਉਂ ਨਹੀਂ ਕੀਤਾ ਜਾ ਸਕਦਾ। ਇਸ ਤੋਂ ਉਪਰੰਤ ਮੈਂ ਉਹਨਾਂ ਨੂੰ ਕਹਿੰਦਾ, ਮੈਂ ਤੁਹਾਡੇ ਕੋਲੋਂ ਪੁੱਛਿਆ ਸੀ ਕਿ ਜੇਲ੍ਹਾਂ ਨੂੰ ਕਿਉਂ ਖਤਮ ਕਰਨਾ ਚਾਹੀਦਾ ਹੈ। ਇਹ ਸਵਾਲ ਪੁੱਛਣ ਦੇ ਪਿੱਛੇ ਮੇਰਾ ਇੱਕ ਖਾਸ ਮਕਸਦ ਸੀ। ਤੁਹਾਡੇ 'ਚੋਂ ਹਰ ਇੱਕ ਨੇ ਮੈਨੂੰ ਤਰਕ ਦਿੱਤੇ ਹੈ ਕਿ ਜੇਲ੍ਹਾਂ ਨੂੰ ਖਤਮ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਤੁਸੀਂ ਮਿਹਰਬਾਨੀ ਕਰਕੇ ਮੇਰੇ ਤੇ ਇੱਕ ਅਹਿਸਾਨ ਕਰੋ। ਤੁਸੀਂ ਕੁਝ ਮਿੰਟਾਂ ਲਈ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਇਹ ਯਕੀਨ ਕਰ ਲਓ ਕਿ ਅਸੀਂ ਜੇਲ੍ਹਾਂ ਨੂੰ ਖਤਮ ਕਰ ਸਕਦੇ ਹਾਂ। ਪ੍ਰਯੋਗ 'ਚ ਦਿਲਚਸਪੀ ਲੈਂਦੇ ਹੋਏ ਲੋਕ ਕਹਿੰਦੇ, ਠੀਕ ਹੈ, ਕੇਵਲ ਮਖੌਲ ਲਈ
ਕੇਵਲ ਪ੍ਰਯੋਗ ਲਈ। ਇਸ ਤਰ੍ਹਾਂ ਕਰਨ ਵਿੱਚ ਹੀ ਕੀ ਪਰੇਸ਼ਾਨੀ ਹੋ ਸਕਦੀ ਹੈ? ਫਿਰ ਮੈਂ ਪੁੱਛਦਾ, ਹੁਣ ਅਸੀਂ ਇਹ ਮੰਨ ਲੈਂਦੇ ਹਾਂ ਕਿ ਜੇਲ੍ਹਾਂ ਨੂੰ ਖਤਮ ਕਰਨਾ ਚਾਹੀਦਾ ਹੈ, ਪਰ ਇਹਦੀ ਸ਼ੁਰੂਆਤ ਕਿਵੇਂ ਕੀਤੀ ਜਾਏ? ਪਹਿਲਾਂ ਤਾਂ ਸੁਝਾਅ ਹੌਲੀ ਹੌਲੀ ਆਉਂਦੇ ਆ। ਕੋਈ ਥੋੜਾ ਝਿਜਕਦੇ ਹੋਏ ਕਹਿੰਦਾ, ਜੇ ਜ਼ਿਆਦਾ ਯੁਵਾ ਕੇਂਦਰ ਸਥਾਪਿਤ ਕੀਤੇ ਜਾਣ ਤਾਂ ਅਪਰਾਧਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਥੋੜੀ ਦੇਰ ਬਾਅਦ ਸਾਰਾ ਸਮੂਹ ਜੋ 10 ਮਿੰਟ ਪਹਿਲੇ ਤੱਕ ਇਸ ਵਿਚਾਰ ਦੇ ਪੂਰੀ ਤਰ੍ਹਾਂ ਖਿਲਾਫ ਸੀ, ਹੁਣ ਪੂਰੇ ਜੋਸ਼ ਨਾਲ ਇਸ ਕੰਮ 'ਚ ਜੁਟ ਜਾਂਦਾ ਹੈ। ਅਪਰਾਧ ਘੱਟ ਕਰਨ ਲਈ ਸਾਨੂੰ ਗਰੀਬੀ ਨੂੰ ਦੂਰ ਕਰਨ ਦੇ ਉਪਾਅ ਸੋਚਣੇ ਚਾਹੀਦੇ। ਜ਼ਿਆਦਾਤਰ ਅਪਰਾਧ ਗਰੀਬੀ ਦੇ ਕਾਰਨ ਹੁੰਦੇ ਆ। ਪੜਤਾਲ ਦੇ ਜ਼ਰੀਏ ਅਪਰਾਧ ਕਰਨ ਤੋਂ ਪਹਿਲਾਂ ਹੀ ਸੰਭਾਵਿਤ ਅਪਰਾਧ ਦਾ ਪਤਾ ਲਾਉਣਾ ਚਾਹੀਦਾ ਹੈ। ਕੁਝ ਤਰ੍ਹਾਂ ਦੇ ਮੁਜਰਮਾਂ ਦੇ ਇਲਾਜ ਲਈ ਮੈਡੀਕਲ ਆਪਰੇਸ਼ਨ ਕੀਤੇ ਜਾਣੇ ਚਾਹੀਦੇ ਆ। ਕਾਨੂੰਨ ਦੇ ਰਖਵਾਲਿਆਂ ਨੂੰ ਸੁਧਾਰ ਦੇ ਰਚਨਾਤਮਕ ਤਰੀਕੇ ਸਿੱਖਣੇ ਚਾਹੀਦੇ ਆ। ਇਹ ਉਹਨਾਂ 78 ਵਿਚਾਰਾਂ ਚੋਂ ਕੁਝ ਸਨ ਜਿਹੜੇ ਮੈਨੂੰ ਸੁਣਨ ਨੂੰ ਮਿਲੇ। ਮੇਰਾ ਪ੍ਰਯੋਗ ਇਹ ਸੀ ਕਿ ਕਿਸ ਤਰ੍ਹਾਂ ਜੇਲ੍ਹ ਵਿਹੀਨ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ, ਤੇ ਆਪਣੇ ਪ੍ਰਯੋਗ ਨਾਲ ਮੈਂ ਇਹੀ ਸਾਬਤ ਕਰਨਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਭਰੋਸਾ ਕਰਦੇ ਹੋ ਤਾਂ ਤੁਹਾਡਾ ਦਿਮਾਗ ਤਰੀਕੇ ਲੱਭ ਹੀ ਲੈਂਦਾ ਹੈ। ਇਸ ਪ੍ਰਯੋਗ ਦਾ ਕੇਵਲ ਇੱਕ ਸੰਦੇਸ਼ ਹੈ, ਜਦੋਂ ਤੁਸੀਂ ਇਹ ਭਰੋਸਾ ਕਰਦੇ ਹੋ ਕਿ ਕੋਈ ਕੰਮ ਅਸੰਭਵ ਹੈ ਤਾਂ ਤੁਹਾਡੇ ਦਿਮਾਗ ਤੁਹਾਡੇ ਸਾਹਮਣੇ ਸਿੱਧ ਕਰ ਦਿੰਦਾ ਹੈ ਕਿ ਕਿਉਂ ਅਸੰਭਵ ਹੈ। ਜਦ ਤੁਸੀਂ ਇਹ ਭਰੋਸਾ ਕਰ ਲੈਂਦੇ ਹੋ ਕਿ ਸੱਚਮੁੱਚ ਹੀ ਵਿਸ਼ਵਾਸ ਕਰਦੇ ਹੋ ਕਿ ਕੋਈ ਕੰਮ ਕੀਤਾ ਜਾ ਸਕਦਾ ਹੈ, ਤਾਂ ਤੁਹਾਡਾ ਦਿਮਾਗ ਤੁਹਾਡੇ ਲਈ ਕੰਮ ਕਰਨ 'ਚ ਜੁਟ ਜਾਂਦਾ ਹੈ, ਤਰੀਕੇ ਲੱਭਣ 'ਚ ਤੁਹਾਡੀ ਸਹਾਇਤਾ ਕਰਦਾ ਹੈ। ਇਹ ਵਿਸ਼ਵਾਸ ਕਿ ਕੋਈ ਕੰਮ ਕੀਤਾ ਜਾ ਸਕਦਾ ਹੈ ਰਚਨਾਤਮਕ ਹੱਲਾਂ ਦਾ ਰਾਹ ਖੋਲ੍ਹ ਦਿੰਦਾ ਹੈ। ਇਹ ਭਰੋਸਾ ਕਿ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਅਸਫਲ ਲੋਕਾਂ ਦੀ ਸੋਚ ਹੈ। ਇਹ ਗੱਲ ਸਾਰੇ ਹਾਲਾਤਾਂ ਤੇ ਲਾਗੂ ਹੁੰਦੀ ਹੈ, ਚਾਹੇ ਉਹ ਛੋਟੇ ਹੋਣ ਜਾਂ ਵੱਡੇ। ਜਿਹੜੇ ਰਾਜਸੀ ਨੇਤਾਵਾਂ ਨੂੰ ਇਹ ਭਰੋਸਾ ਨਹੀਂ ਹੁੰਦਾ ਕਿ ਸਥਾਈ ਵਿਸ਼ਵ ਸ਼ਾਂਤੀ ਸੰਭਵ ਹੈ, ਉਹ ਸ਼ਾਂਤੀ ਸਥਾਪਿਤ ਕਰਨ 'ਚ ਅਸਫਲ ਹੋ ਜਾਣਗੇ, ਕਿਉਂਕਿ ਉਹਨਾਂ ਦਾ ਦਿਮਾਗ ਸ਼ਾਂਤੀ ਸਥਾਪਿਤ ਕਰਨ ਲਈ ਰਚਨਾਤਮਕ ਉਪਾਅ ਨਹੀਂ ਲੱਭ ਪਾਉਂਦਾ। ਜਿਨ੍ਹਾਂ ਅਰਥ ਸ਼ਾਸਤਰੀਆਂ ਨੂੰ ਭਰੋਸਾ ਹੈ ਕਿ ਬਿਜ਼ਨਸ 'ਚ ਮੰਦੀ ਲਾਜ਼ਮੀ ਹੈ, ਉਹ ਬਿਜ਼ਨਸ ਚੱਕਰ ਨੂੰ ਹਰਾਉਣ ਤੇ ਰਚਨਾਤਮਕ ਤਰੀਕੇ ਕਦੇ ਵਿਕਸਿਤ ਨਹੀਂ ਕਰ ਪਾਉਣਗੇ। ਇਸੇ ਢੰਗ ਨਾਲ ਜੇ ਤੁਹਾਨੂੰ ਵਿਸ਼ਵਾਸ ਹੋਵੇ ਤਾਂ ਤੁਸੀਂ ਕਿਸੇ ਵੀ ਬੰਦੇ ਨੂੰ ਪਸੰਦ ਕਰਨ ਦੇ ਢੰਗ ਲੱਭ ਸਕਦੇ ਹੋ। ਜੇ ਤੁਹਾਨੂੰ ਵਿਸ਼ਵਾਸ ਹੋਵੇ ਤਾਂ ਤੁਸੀਂ ਆਪਣੀਆਂ ਨਿੱਜੀ ਪਰੇਸ਼ਾਨੀਆਂ ਦਾ ਹੱਲ ਲੱਭ ਸਕਦੇ ਹੋ। ਜੇ ਤੁਹਾਨੂੰ ਵਿਸ਼ਵਾਸ ਹੋਵੇ ਤਾਂ ਤੁਸੀਂ ਨਵੇਂ ਵੱਡੇ ਘਰ ਨੂੰ ਖਰੀਦਣ ਦਾ ਤਰੀਕਾ ਲੱਭ ਸਕਦੇ ਹੋ। ਵਿਸ਼ਵਾਸ ਰਚਨਾਤਮਕ ਸ਼ਕਤੀਆਂ ਨੂੰ ਮੁਕਤ ਕਰਦਾ ਹੈ, ਅਵਿਸ਼ਵਾਸ ਇਹਨਾਂ ਤੇ ਬ੍ਰੇਕ ਲਾ ਦਿੰਦਾ ਹੈ। ਵਿਸ਼ਵਾਸ ਕਰੋ ਤੇ ਤੁਸੀਂ ਸੋਚਣਾ ਸ਼ੁਰੂ ਕਰ ਦਿਓਗੇ ਰਚਨਾਤਮਕ ਢੰਗ ਨਾਲ। ਜੇਕਰ ਤੁਸੀਂ ਉਹਦੇ ਕੰਮ 'ਚ ਰੁਕਾਵਟ ਨਾ ਪਾਓ ਤਾਂ ਤੁਹਾਡਾ ਦਿਮਾਗ ਕੰਮ ਕਰਨ ਦੇ ਉਪਾਅ ਲੱਭ ਲਏਗਾ। 2 ਸਾਲ ਪਹਿਲਾਂ ਇੱਕ ਨੌਜਵਾਨ ਨੇ ਮੇਰੇ ਤੋਂ ਇੱਕ ਚੰਗੀ ਨੌਕਰੀ ਲੱਭਣ 'ਚ ਸਹਾਇਤਾ ਮੰਗੀ। ਉਹ ਕਿਸੇ ਮੇਲ ਆਰਡਰ ਕੰਪਨੀ ਦੇ ਕ੍ਰੈਡਿਟ ਵਿਭਾਗ ਦਾ ਕਲਰਕ ਸੀ ਤੇ ਉਹਨੂੰ ਲੱਗ ਰਿਹਾ ਸੀ ਕਿ ਉੱਥੇ ਉਹਦਾ ਭਵਿੱਖ ਉਜਵਲ ਨਹੀਂ ਹੈ। ਅਸੀਂ ਉਹਦੇ ਪਿਛਲੇ ਰਿਕਾਰਡ ਬਾਰੇ ਗੱਲ ਤੇ ਇਹ ਚਰਚਾ ਕੀਤੀ ਕਿ ਉਹ ਕੀ ਕਰਨਾ ਚਾਹੁੰਦਾ ਹੈ। ਉਹਦੇ ਬਾਰੇ ਕੁਝ ਜਾਣਨ ਤੋਂ ਬਾਅਦ ਮੈਂ ਕਿਹਾ, ਮੈਂ ਤੁਹਾਡੀ ਸ਼ਲਾਘਾ ਕਰਦਾ ਕਿ ਤੁਸੀਂ ਬਿਹਤਰ ਨੌਕਰੀ ਦੀ ਪੌੜੀ ਉੱਤੇ ਨੂੰ ਚੜ੍ਹਨਾ ਚਾਹੁੰਦੇ ਹੋ, ਪਰ ਅੱਜ ਕੱਲ੍ਹ ਇਹੋ ਜਿਹੀ ਨੌਕਰੀ ਹਾਸਲ ਕਰਨ ਲਈ ਕਾਲਜ ਦੀ ਡਿਗਰੀ ਹੋਣੀ ਜ਼ਰੂਰੀ ਹੈ। ਤੁਸੀਂ ਹੁਣੇ ਦੱਸਿਆ ਕਿ ਤੁਸੀਂ 3 ਸੈਮੈਸਟਰ ਪੂਰੇ ਕਰ ਲਏ ਹਨ। ਮੈਂ ਤੁਹਾਨੂੰ ਇਹੀ ਸਲਾਹ ਦਿਆਂਗਾ ਕਿ ਤੁਸੀਂ ਆਪਣੀ ਕਾਲਜ ਦੀ ਸਿੱਖਿਆ ਨੂੰ ਪੂਰਾ ਕਰ ਲਓ। ਤੁਸੀਂ 2 ਸਾਲਾਂ 'ਚ ਇਸ ਤਰ੍ਹਾਂ ਕਰ ਸਕਦੇ ਹੋ। ਫਿਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਨੂੰ ਆਪਣੀ ਮਨਚਾਹੀ ਨੌਕਰੀ ਮਿਲ ਜਾਏਗੀ ਤੇ ਉਸੇ ਕੰਪਨੀ 'ਚ ਜਿਸ 'ਚ ਤੁਸੀਂ ਚਾਹੁੰਦੇ ਹੋ। ਮੈਂ ਜਾਣਦਾ, ਉਹਨੇ ਜਵਾਬ ਦਿੱਤਾ, ਕਿ ਕਾਲਜ ਦੀ ਸਿੱਖਿਆ ਜ਼ਰੂਰੀ ਹੈ, ਪਰ ਮੇਰੇ ਲਈ ਕਾਲਜ ਦੀ ਪੜ੍ਹਾਈ ਪੂਰੀ ਕਰਨਾ ਅਸੰਭਵ ਹੈ। ਅਸੰਭਵ ਕਿਉਂ? ਮੈਂ ਪੁੱਛਿਆ। ਇੱਕ ਕਾਰਨ ਤਾਂ ਇਹ ਹੈ, ਉਹਨੇ ਦੱਸਿਆ, ਮੈਂ 24 ਸਾਲਾਂ ਦਾ। ਇਹਦੇ ਇਲਾਵਾ ਮੇਰੀ ਪਤਨੀ ਨੂੰ 2 ਮਹੀਨਿਆਂ 'ਚ ਦੂਜਾ ਬੱਚਾ ਹੋਣ ਵਾਲਾ ਹੈ। ਸਾਡਾ ਖਰਚ ਵੀ ਜਿਵੇਂ ਤਿਵੇਂ ਚੱਲ ਰਿਹਾ। ਮੈਨੂੰ ਨੌਕਰੀ ਤੇ ਕਰਨੀ ਪਏਗੀ ਤੇ ਇਸ ਲਈ ਮੇਰੇ ਕੋਲ ਪੜ੍ਹਨ ਲਈ ਸਮਾਂ ਨਹੀਂ ਬਚੇਗਾ। ਇਹ ਅਸੰਭਵ ਹੈ, ਬਿਲਕੁਲ ਅਸੰਭਵ। ਇਸ ਨੌਜਵਾਨ ਨੇ ਆਪਣੇ ਆਪ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਕਾਲਜ ਦੀ ਪੜ੍ਹਾਈ ਪੂਰੀ ਕਰਨਾ ਉਸ ਲਈ ਅਸੰਭਵ ਹੈ। ਫਿਰ ਮੈਂ ਉਹਨੂੰ ਕਿਹਾ, ਜੇ ਤੁਹਾਡਾ ਭਰੋਸਾ ਹੈ ਕਿ ਤੁਹਾਡੇ ਲਈ ਕਾਲਜ ਦੀ ਪੜ੍ਹਾਈ ਕਰਨੀ ਅਸੰਭਵ ਹੈ ਤੇ ਇਹ ਸੱਚਮੁੱਚ ਹੀ ਅਸੰਭਵ ਹੈ, ਪਰ ਇਸ ਤਰਕ ਨਾਲ ਜੇਕਰ ਤੁਸੀਂ ਇਹ ਭਰੋਸਾ ਕਰ ਲਓ ਕਿ ਤੁਸੀਂ ਪੜ੍ਹਾਈ ਪੂਰੀ ਕਰ ਸਕਦੇ ਹੋ ਤਾਂ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਏਗਾ। ਹੁਣ ਮੈਂ ਇਹ ਚਾਹੁੰਦਾ ਕਿ ਤੁਸੀਂ ਇਹ ਕਰੋ, ਆਪਣਾ ਮਨ ਬਣਾ ਲਓ। ਤੁਸੀਂ
ਕਾਲਜ ਜਾ ਰਹੇ ਹੋ, ਇਸ ਵਿਚਾਰ ਨੂੰ ਆਪਣੇ ਸੋਚ ਤੇ ਭਾਰੂ ਹੋ ਜਾਣ ਦਿਓ। ਫਿਰ ਸੋਚੋ, ਸੱਚਮੁੱਚ ਸੋਚੋ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਤੇ ਆਪਣੇ ਪਰਿਵਾਰ ਦਾ ਖਰਚਾ ਚਲਾਉਂਦੇ ਹੋਏ ਇਹ ਕਿਵੇਂ ਸੰਭਵ ਹੈ। 2 ਹਫ਼ਤਿਆਂ ਬਾਅਦ ਆਉਣਾ ਤੇ ਮੈਨੂੰ ਦੱਸਣਾ ਕਿ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਦੇ ਵਿਚਾਰ ਆਏ। ਮੇਰਾ ਨੌਜਵਾਨ ਮਿੱਤਰ 2 ਹਫ਼ਤਿਆਂ ਬਾਅਦ ਆਇਆ। ਮੈਂ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਤੇ ਕਾਫੀ ਵਿਚਾਰ ਕੀਤਾ। ਉਹਨੇ ਕਿਹਾ, ਮੈਂ ਕਾਲਜ ਜਾਣ ਦਾ ਨਿਰਣਾ ਕਰ ਲਿਆ। ਹਾਲਾਂਕਿ ਮੈਂ ਵਿਸਥਾਰ ਨਾਲ ਇਸ ਬਾਰੇ ਨਹੀਂ ਸੋਚਿਆ, ਪਰ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਏਗਾ। ਤੇ ਰਾਹ ਨਿਕਲ ਆਇਆ। ਉਹਨੂੰ ਟ੍ਰੇਡ ਐਸੋਸੀਏਸ਼ਨ ਵੱਲੋਂ ਸਕਾਲਰਸ਼ਿਪ ਮਿਲ ਗਈ, ਜਿਸ ਨਾਲ ਉਹਦੀ ਟਿਊਸ਼ਨ ਫੀਸ, ਕਿਤਾਬਾਂ ਦੇ ਬਾਕੀ ਖਰਚੇ ਨਿਕਲ ਗਏ। ਉਹਨੇ ਆਪਣੀ ਨੌਕਰੀ ਦੇ ਸਮੇਂ ਨੂੰ ਇਸ ਤਰ੍ਹਾਂ ਕਰਵਾ ਲਿਆ ਜਿਸ ਨਾਲ ਉਹ ਕਲਾਸਾਂ 'ਚ ਭਾਗ ਲੈ ਸਕੇ। ਉਹਦੇ ਉਤਸ਼ਾਹ ਤੇ ਬਿਹਤਰ ਜ਼ਿੰਦਗੀ ਦੀਆਂ ਸੰਭਾਵਨਾਵਾਂ ਨੂੰ ਵੇਖ ਕੇ ਉਹਦੀ ਪਤਨੀ ਨੇ ਵੀ ਉਹਦਾ ਪੂਰਾ ਸਾਥ ਦਿੱਤਾ। ਉਹਨਾਂ ਦੋਨਾਂ ਨੇ ਮਿਲ ਕੇ ਆਪਣੇ ਪੈਸਿਆਂ ਤੇ ਸਮੇਂ ਦਾ ਬਜਟ ਸਫਲਤਾ ਨਾਲ ਬਣਾ ਹੀ ਲਿਆ। ਪਿਛਲੇ ਮਹੀਨੇ ਉਹਨੂੰ ਉਹਦੀ ਡਿਗਰੀ ਮਿਲ ਗਈ। ਹੁਣ ਉਹ ਇੱਕ ਵੱਡੇ ਕਾਰਪੋਰੇਸ਼ਨ ਵਿੱਚ ਮੈਨੇਜਮੈਂਟ ਟ੍ਰੇਨੀ ਦੇ ਰੂਪ 'ਚ ਕੰਮ ਕਰ ਰਿਹਾ। ਵਿਸ਼ਵਾਸ ਕਰੋ ਕਿ ਹੋ ਸਕਦਾ ਹੈ। ਇਹ ਰਚਨਾਤਮਕ ਸੋਚ ਦੀ ਪਹਿਲੀ ਲੋੜ ਹੈ। ਇੱਥੇ 2 ਸੁਝਾਅ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣਾ ਆਤਮ ਵਿਸ਼ਵਾਸ ਵਧਾ ਸਕਦੇ ਹੋ ਤੇ ਆਪਣੀ ਰਚਨਾਤਮਕ ਸੋਚ ਦੀ ਸ਼ਕਤੀ ਨੂੰ ਵਿਕਸਿਤ ਕਰ ਸਕਦੇ ਹੋ। ਪਹਿਲਾ, ਆਪਣੇ ਸ਼ਬਦਕੋਸ਼ ਵਿੱਚੋਂ ਮਤਲਬ ਆਪਣੀ ਡਿਕਸ਼ਨਰੀ ਵਿੱਚੋਂ ਅਸੰਭਵ ਸ਼ਬਦ ਨੂੰ ਬਾਹਰ ਕੱਢ ਦਿਓ। ਇਸ ਸ਼ਬਦ ਨੂੰ ਕਦੇ ਆਪਣੇ ਦਿਮਾਗ 'ਚ ਜਾਂ ਜ਼ੁਬਾਨ ਤੇ ਨਾ ਲਿਆਓ। ਅਸੰਭਵ ਅਸਫਲਤਾ ਦਾ ਸ਼ਬਦ ਹੈ। ਜਦੋਂ ਤੁਸੀਂ ਕਹਿੰਦੇ ਹੋ ਇਹ ਅਸੰਭਵ ਹੈ, ਤੁਹਾਡੇ ਦਿਮਾਗ 'ਚ ਇਹੋ ਜਿਹੇ ਵਿਚਾਰ ਆ ਜਾਂਦੇ ਆ ਜੋ ਸਾਬਤ ਕਰ ਦਿੰਦੇ ਆ ਕਿ ਤੁਸੀਂ ਸਹੀ ਸੋਚ ਰਹੇ ਹੋ। ਦੂਸਰਾ, ਕਿਸੇ ਇਹੋ ਜਿਹੇ ਕੰਮ ਦੇ ਬਾਰੇ ਸੋਚੋ ਜਿਹਨੂੰ ਤੁਸੀਂ ਪਹਿਲਾਂ ਕਦੇ ਕਰਨਾ ਚਾਹੁੰਦੇ ਸੀ, ਪਰ ਉਸ ਸਮੇਂ ਤੁਹਾਨੂੰ ਇਹ ਅਸੰਭਵ ਲੱਗਿਆ ਹੋਵੇ। ਹੁਣ ਇਹੋ ਜਿਹੇ ਕਾਰਨਾਂ ਦੀ ਸੂਚੀ ਬਣਾਓ ਕਿ ਇਸ ਤਰ੍ਹਾਂ ਕਿਵੇਂ ਸੰਭਵ ਹੋ ਸਕਦਾ ਹੈ। ਸਾਡੇ ਵਿੱਚੋਂ ਕਈ ਲੋਕ ਆਪਣੀਆਂ ਇੱਛਾਵਾਂ ਦੇ ਕੋੜੇ ਮਾਰਦੇ ਆ, ਉਹਨਾਂ ਨੂੰ ਹਰਾ ਦਿੰਦੇ ਆ, ਕਿਉਂਕਿ ਪੂਰਾ ਸਮਾਂ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਕਿ ਅਸੀਂ ਕੋਈ ਕੰਮ ਨਹੀਂ ਕਰ ਪਾਵਾਂਗੇ, ਜਦ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕੋਈ ਕੰਮ ਕਿਉਂ ਨਹੀਂ ਕਰ ਸਕਦੇ ਤੇ ਕਿਵੇਂ ਕਰ ਸਕਦੇ। ਹਾਲ ਵਿੱਚ ਹੀ ਮੈਂ ਅਖਬਾਰ 'ਚ ਪੜ੍ਹਿਆ ਕਿ ਜ਼ਿਆਦਾਤਰ ਐਸਟੇਟਾਂ ਵਿੱਚ ਚੁੰਗੀਆਂ ਦੀ ਗਿਣਤੀ ਲੋੜ ਤੋਂ ਵੱਧ ਹੈ। ਲੇਖ 'ਚ ਸੰਕੇਤ ਦਿੱਤਾ ਗਿਆ ਸੀ ਕਿ ਜ਼ਿਆਦਾਤਰ ਚੁੰਗੀਆਂ ਦੀਆਂ ਸੀਮਾਵਾਂ ਸਦੀਆਂ ਪੁਰਾਣੀਆਂ, ਉਸ ਜ਼ਮਾਨੇ ਦੀਆਂ ਜਦੋਂ ਗੱਡੀਆਂ ਨਹੀਂ ਸਨ, ਜਦੋਂ ਯਾਤਰਾ ਘੋੜਿਆਂ ਤੇ ਬੱਘੀਆਂ 'ਚ ਹੋਇਆ ਕਰਦੀ ਸੀ। ਪਰ ਅੱਜ ਕੱਲ੍ਹ ਕਾਫੀ ਤੇਜ਼ ਗੱਡੀਆਂ ਚੱਲਣ ਲੱਗ ਪਈਆਂ ਤੇ ਸੜਕਾਂ ਵੀ ਚੰਗੀਆਂ। ਇਸ ਲਈ ਹੁਣ ਇਹ ਠੀਕ ਰਹੇਗਾ ਕਿ 3 ਜਾਂ 4 ਚੁੰਗੀਆਂ ਨੂੰ ਮਿਲਾ ਕੇ ਇੱਕ ਚੁੰਗੀ ਬਣਾ ਦਿੱਤੀ ਜਾਏ। ਇਸ ਨਾਲ ਬਹੁਤੀਆਂ ਸਮੱਸਿਆਵਾਂ ਘੱਟ ਹੋ ਜਾਣਗੀਆਂ ਤੇ ਲੋਕਾਂ ਤੇ ਟੈਕਸ ਦਾ ਬੋਝ ਵੀ ਘੱਟ ਹੋ ਜਾਏਗਾ। ਲਿਖਾਰੀ ਨੇ ਅੱਗੇ ਲਿਖਿਆ ਕਿ ਉਹਦੇ ਦਿਮਾਗ ਵਿੱਚ ਇੱਕ ਸ਼ਾਨਦਾਰ ਵਿਚਾਰ ਆਇਆ। ਇਸ ਲਈ ਉਹਨੇ 30 ਲੋਕਾਂ ਨਾਲ ਇੰਟਰਵਿਊ ਕੀਤਾ ਤੇ ਇਸ ਬਾਰੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਜਾਣਨੀਆਂ ਚਾਹੀਆਂ। ਨਤੀਜਾ, ਉਹਨਾਂ 'ਚੋਂ ਇੱਕ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਉਹਦੇ ਵਿਚਾਰ 'ਚ ਦਮ ਹੈ। ਹਾਲਾਂਕਿ ਇਹ ਗੱਲ ਤਾਂ ਤੈਅ ਸੀ ਕਿ ਇਸ ਤਰ੍ਹਾਂ ਹੋਣ ਨਾਲ ਉਹਨਾਂ ਨੂੰ ਘੱਟ ਕੀਮਤ ਤੇ ਬਿਹਤਰ ਸਥਾਨਕ ਸਰਕਾਰ ਮਿਲ ਜਾਂਦੀ। ਇਹ ਰੂੜੀਵਾਦੀ ਸੋਚ ਦਾ ਇੱਕ ਉਦਾਹਰਣ ਹੈ। ਰੂੜੀਵਾਦੀ ਤਰੀਕਿਆਂ ਨਾਲ ਸੋਚਣ ਵਾਲੇ ਬੰਦੇ ਦੇ ਦਿਮਾਗ ਨੂੰ ਲਕਵਾ ਮਾਰ ਜਾਂਦਾ ਹੈ। ਉਹ ਤਰਕ ਦਿੰਦਾ ਹੈ, ਇਸ ਤਰ੍ਹਾਂ ਸਦੀਆਂ ਤੋਂ ਹੁੰਦਾ ਆ ਰਿਹਾ, ਇਸ ਲਈ ਇਹ ਚੰਗਾ ਹੀ ਹੋਏਗਾ ਕਿ ਇਹਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਏ। ਬਦਲਣ ਦਾ ਖਤਰਾ ਕਿਉਂ ਚੁੱਕਿਆ ਜਾਏ। ਔਸਤ ਲੋਕ ਹਮੇਸ਼ਾ ਉੱਨਤੀ ਨਾਲ ਚਿੜਦੇ ਹੈ। ਕਈ ਲੋਕਾਂ ਨੂੰ ਤਾਂ ਕਾਰਾਂ ਦਾ ਵਿਰੋਧ ਇਸ ਆਧਾਰ ਤੇ ਕੀਤਾ ਕਿ ਕੁਦਰਤ ਨੇ ਇਨਸਾਨ ਨੂੰ ਪੈਦਲ ਚੱਲਣ ਜਾਂ ਘੋੜੇ ਦੀ ਸਵਾਰੀ ਕਰਨ ਲਈ ਬਣਾਇਆ ਹੈ। ਕਈ ਲੋਕਾਂ ਨੇ ਹਵਾਈ ਜਹਾਜ਼ ਦਾ ਵਿਚਾਰ ਇਸ ਕਰਕੇ ਪਸੰਦ ਨਹੀਂ ਸੀ ਕੀਤਾ ਕਿਉਂਕਿ ਇਨਸਾਨ ਨੂੰ ਪੰਛੀਆਂ ਲਈ ਰਾਖਵੇਂ ਖੇਤਰ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਬਹੁਤੇ ਯਥਾਸਥਿਤੀਵਾਦੀ ਸਟੇਟਸ ਕੋਅਜ਼ ਇਹ ਵੀ ਮੰਨਦੇ ਹੈ ਕਿ ਇਨਸਾਨ ਦੀ ਜਗ੍ਹਾ ਪੁਲਾੜ ਨਹੀਂ ਹੈ। ਇੱਕ ਚੋਟੀ ਦੇ ਮਿਸਾਈਲ ਮਾਹਰ ਨੇ ਹਾਲ ਹੀ ਵਿੱਚ ਇਸ ਤਰ੍ਹਾਂ ਦੀਆਂ ਸੋਚਾਂ ਦਾ ਜਵਾਬ ਦਿੱਤਾ। ਡਾਕਟਰ ਵਾਨ ਬਰਾਊਨ ਦਾ ਕਹਿਣਾ ਹੈ ਕਿ ਮਨੁੱਖ ਦੀ ਜਗ੍ਹਾ ਉਹੀ ਹੈ ਜਿੱਥੇ ਉਹ ਜਾਣਾ ਚਾਹੁੰਦਾ ਹੈ। 1900 ਦੇ ਆਸ-ਪਾਸ 'ਚ ਸੇਲਜ਼ ਐਗਜ਼ੀਕਿਊਟਿਵ ਨੇ ਸੇਲਜ਼ ਮੈਨੇਜਮੈਂਟ ਦਾ ਇੱਕ ਵਿਗਿਆਨਕ ਸਿਧਾਂਤ ਲੱਭਿਆ। ਇਹਦਾ ਕਾਫੀ ਪ੍ਰਚਾਰ ਹੋਇਆ। ਇਹਨੂੰ ਪਾਠ ਪੁਸਤਕਾਂ 'ਚ ਵੀ ਸ਼ਾਮਲ ਕਰ ਲਿਆ ਗਿਆ। ਇਹ ਸਿਧਾਂਤ ਸੀ, ਹਰ ਮਾਲ ਵੇਚਣ ਦਾ ਇੱਕ ਸਰਵਸ਼੍ਰੇਸ਼ਟ ਢੰਗ ਹੁੰਦਾ ਹੈ। ਸਰਵਸ਼੍ਰੇਸ਼ਟ ਢੰਗ ਲੱਭ ਲਓ ਤੇ ਫਿਰ ਇਸ ਤੋਂ ਉੱਧਰ ਉੱਧਰ ਨਾ ਹਿੱਲੋ। ਇਸ ਬੰਦੇ ਦਾ ਨਸੀਬ ਚੰਗਾ ਸੀ ਜਿਸ ਕਰਕੇ ਠੀਕ ਸਮੇਂ ਤੇ ਨਵੇਂ ਮੈਨੇਜਮੈਂਟ ਨੇ ਆ ਕੇ ਡੁੱਬਦੀ ਕੰਪਨੀਆਂ ਨੂੰ ਦੀਵਾਲੀਆ ਹੋਣ ਤੋਂ ਬਚਾ ਲਿਆ। ਇਸ ਅਨੁਭਵ ਤੋਂ ਉਲਟ ਕ੍ਰਾਫੋਰਡ ਐਚ ਗ੍ਰੀਨਵਾਲਟ ਦੀ ਫਿਲਾਸਫੀ ਦੇਖੋ। ਗ੍ਰੀਨਵਾਲਟ ਇੱਕ ਬਹੁਤ ਵੱਡੀ ਕੰਪਨੀ ਦੇ ਪ੍ਰੈਜ਼ੀਡੈਂਟ ਹੈ।
ਕੋਲੰਬੀਆ ਯੂਨੀਵਰਸਿਟੀ ਵਿਖੇ ਆਪਣੇ ਲੈਕਚਰ ਦੌਰਾਨ ਉਹਨਾਂ ਨੇ ਕਿਹਾ, ਇੱਕ ਚੰਗਾ ਕੰਮ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਤੇ ਜਿੰਨੇ ਵੀ ਆਦਮੀ ਹੋਣ ਉਨੇ ਹੀ ਤਰੀਕਿਆਂ ਨਾਲ ਹੋ ਸਕਦਾ ਹੈ। ਸੱਚ ਤਾਂ ਇਹ ਹੈ, ਕਿਸੇ ਵੀ ਕੰਮ ਨੂੰ ਕਰਨ ਦਾ ਕੋਈ ਇੱਕ ਹੀ ਸਭ ਤੋਂ ਵਧੀਆ ਤਰੀਕਾ ਨਹੀਂ ਹੁੰਦਾ। ਘਰ ਸਜਾਉਣ, ਲਾਨ ਨੂੰ ਲੈਂਡਸਕੇਪ ਕਰਨ, ਜਾਂ ਮਾਲ ਵੇਚਣ, ਜਾਂ ਬੱਚੇ ਪਾਲਣ, ਜਾਂ ਖਾਣਾ ਪਕਾਉਣ ਦਾ ਕੋਈ ਇੱਕੋ ਹੀ ਸਰਵਸ਼੍ਰੇਸ਼ਟ ਤਰੀਕਾ ਨਹੀਂ ਹੁੰਦਾ। ਜਿੰਨੇ ਵੀ ਰਚਨਾਤਮਕ ਦਿਮਾਗ ਹੋਣਗੇ ਉਨੇ ਸਰਵਸ਼੍ਰੇਸ਼ਟ ਤਰੀਕੇ ਹੋ ਸਕਦੇ ਆ। ਕੋਈ ਵੀ ਚੀਜ਼ ਬਰਫ਼ 'ਚ ਪੈਦਾ ਨਹੀਂ ਹੁੰਦੀ। ਜੇ ਅਸੀਂ ਆਪਣੇ ਦਿਮਾਗ ਤੇ ਰੂੜੀਵਾਦ ਦੀ ਬਰਫ਼ ਜੰਮਣ ਦੇਈਏ ਤਾਂ ਨਵੇਂ ਵਿਚਾਰ ਨਹੀਂ ਪੁੰਗਰ ਸਕਦੇ। ਇਸ ਪ੍ਰਯੋਗ ਨੂੰ ਛੇਤੀ ਕਰੋ। ਹੇਠ ਦਿੱਤੇ ਗਏ ਵਿਚਾਰ ਕਿਸੇ ਨੂੰ ਸੁਣਾਓ ਤੇ ਫਿਰ ਉਹਦੀ ਪ੍ਰਤੀਕਿਰਿਆ ਵੇਖੋ। ਪਹਿਲਾ, ਡਾਕਤਾਰ ਵਿਭਾਗ ਕਾਫੀ ਸਮੇਂ ਤੋਂ ਸਰਕਾਰੀ ਏਕਾਧਿਕਾਰ 'ਚ ਹੈ, ਕਿਉਂ ਨਾ ਇਹਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਤਾ ਜਾਏ। ਦੂਜਾ, ਰਾਸ਼ਟਰਪਤੀ ਦੀ ਚੋਣ ਹਰ 4 ਸਾਲ ਦੀ ਥਾਂ 2 ਜਾਂ 6 ਸਾਲ 'ਚ ਹੋਣੀ ਚਾਹੀਦੀ ਹੈ। ਤੀਸਰਾ, ਰਿਟੇਲ ਸਟੋਰਸ ਨੂੰ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮੀ 5:30 ਦੀ ਥਾਂ ਸ਼ਾਮ ਨੂੰ 1 ਤੋਂ 8 ਵਜੇ ਤੱਕ ਹੋਣਾ ਚਾਹੀਦਾ ਹੈ। ਤੇ ਚੌਥਾ, ਰਿਟਾਇਰਮੈਂਟ ਦੀ ਉਮਰ ਵਧਾ ਕੇ 70 ਸਾਲ ਕਰ ਦੇਣੀ ਚਾਹੀਦੀ ਹੈ। ਇਹ ਵਿਚਾਰ ਜ਼ੋਰਦਾਰ ਹਨ ਜਾਂ ਨਹੀਂ, ਵਿਹਾਰਕ ਹਨ ਜਾਂ ਨਹੀਂ, ਇਹ ਗੱਲਾਂ ਮਹੱਤਵਪੂਰਨ ਨਹੀਂ। ਮਹੱਤਵਪੂਰਨ ਇਹ ਹੈ ਕਿ ਕੋਈ ਬੰਦਾ ਇਹਨਾਂ ਤੇ ਕੀ ਪ੍ਰਤੀਕਿਰਿਆ ਦਿੰਦਾ ਹੈ। ਜੇ ਉਹ ਇਹਨਾਂ ਵਿਚਾਰਾਂ ਤੇ ਹੱਸਦਾ ਹੈ ਤਾਂ ਉਸ ਤੇ ਗੌਰ ਹੀ ਨਹੀਂ ਕਰਦਾ, ਤੇ ਸ਼ਾਇਦ 95% ਲੋਕ ਇਹਨਾਂ ਤੇ ਹੱਸਣਗੇ। ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਰੂੜੀਵਾਦ ਦੇ ਲਕਵੇ ਤੋਂ ਪੀੜਤ ਹਨ। ਪਰ 20 ਚੋਂ ਜੇਕਰ ਇੱਕ ਵੀ ਬੰਦਾ ਇਹ ਕਹੇ, ਇੱਕ ਦਿਲਚਸਪ ਵਿਚਾਰ ਹੈ, ਮੈਨੂੰ ਇਹਦੇ ਬਾਰੇ ਵਿਸਥਾਰ ਨਾਲ ਦੱਸੋ, ਤੇ ਇਸ ਬੰਦੇ ਵਿੱਚ ਇਹੋ ਜਿਹਾ ਦਿਮਾਗ ਹੋਏਗਾ ਜਿਹੜਾ ਰਚਨਾਤਮਕ ਢੰਗ ਨਾਲ ਸੋਚ ਸਕਦਾ ਹੈ। ਰਚਨਾਤਮਕ ਸੋਚ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਰੂੜੀਵਾਦੀ ਸੋਚ। ਜਿਹੜਾ ਵੀ ਬੰਦਾ ਰਚਨਾਤਮਕ ਤਰੀਕੇ ਨਾਲ ਸਫਲ ਹੋਣਾ ਸਿੱਖਣਾ ਚਾਹੁੰਦਾ ਹੈ, ਉਹਨੂੰ ਇਸ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਰੂੜੀਵਾਦੀ ਵਿਚਾਰ ਤੁਹਾਡੇ ਦਿਮਾਗ ਤੇ ਬਰਫ਼ ਦੀ ਤਹਿ ਜਮਾ ਦਿੰਦੇ ਆ, ਤੁਹਾਡੀ ਉੱਨਤੀ ਨੂੰ ਰੋਕ ਦਿੰਦੇ ਆ, ਤੁਹਾਡੀ ਰਚਨਾਤਮਕ ਸ਼ਕਤੀ ਨੂੰ ਵਿਕਸਿਤ ਨਹੀਂ ਹੋਣ ਦਿੰਦੇ। ਰੂੜੀਵਾਦੀ ਸੋਚ ਨਾਲ ਜੂਝਣ ਲਈ 3 ਢੰਗ ਹਨ। ਪਹਿਲਾ, ਨਵੇਂ ਵਿਚਾਰਾਂ ਦਾ ਸਵਾਗਤ ਕਰੋ। ਇਹਨਾਂ ਦੇ ਦੁਸ਼ਮਣ, ਇਹ ਕੰਮ ਨਹੀਂ ਕਰੇਗਾ, ਇਹਨੂੰ ਕੀਤਾ ਹੀ ਨਹੀਂ ਜਾ ਸਕਦਾ, ਇਹ ਬੇਕਾਰ ਹੈ, ਇਹ ਮੂਰਖਤਾਪੂਰਨ ਹੈ, ਦਾ ਸਫਾਇਆ ਕਰੋ। ਮੇਰਾ ਇੱਕ ਸਫਲ ਦੋਸਤ ਇੱਕ ਬੀਮਾ ਕੰਪਨੀ 'ਚ ਚੰਗੇ ਅਹੁਦੇ ਤੇ ਹੈ। ਉਹਨੇ ਮੈਨੂੰ ਕਿਹਾ, ਮੈਂ ਇਸ ਗੱਲ ਦਾ ਦਾਅਵਾ ਤੇ ਨਹੀਂ ਕਰਦਾ ਕਿ ਮੈਂ ਇਸ ਬਿਜ਼ਨਸ ਵਿੱਚ ਸਭ ਤੋਂ ਜ਼ਿਆਦਾ ਸਮਾਰਟ ਆਦਮੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਬੀਮਾ ਉਦਯੋਗ 'ਚ ਸਭ ਤੋਂ ਚੰਗਾ ਸਪੰਜ ਹਾਂ। ਮੈਂ ਸਾਰੇ ਚੰਗੇ ਵਿਚਾਰਾਂ ਨੂੰ ਸੋਖ ਲੈਣਾ। ਦੂਜਾ, ਪ੍ਰਯੋਗਸ਼ੀਲ ਬੰਦੇ ਬਣੋ। ਬੰਨੇ ਬਣਾਏ ਰੂਟੀਨ ਨੂੰ ਤੋੜੋ। ਨਵੇਂ ਹੋਟਲਾਂ 'ਚ ਜਾਓ, ਨਵੀਆਂ ਕਿਤਾਬਾਂ ਪੜ੍ਹੋ, ਨਵੇਂ ਥੀਏਟਰਾਂ 'ਚ ਜਾਓ, ਨਵੇਂ ਦੋਸਤ ਬਣਾਓ। ਕਿਸੇ ਦਿਨ ਵੱਖਰੇ ਰਾਹ ਤੋਂ ਕੰਮ ਤੇ ਜਾਓ। ਇਸ ਸਾਲ ਵੱਖਰੇ ਢੰਗ ਨਾਲ ਛੁੱਟੀਆਂ ਮਨਾਓ। ਇਸ ਹਫ਼ਤੇ ਦੇ ਅੰਤ 'ਚ ਕੁਝ ਨਵੇਂ ਤੇ ਵੱਖਰੇ ਕੰਮ ਕਰੋ। ਜੇਕਰ ਤੁਸੀਂ ਡਿਸਟ੍ਰੀਬਿਊਸ਼ਨ ਦਾ ਕੰਮ ਕਰਦੇ ਹੋ ਤਾਂ ਪ੍ਰੋਡਕਸ਼ਨ, ਅਕਾਊਂਟਿੰਗ, ਫਾਈਨੈਂਸ ਤੇ ਬਿਜ਼ਨਸ ਦੇ ਦੂਜੇ ਪਹਿਲੂਆਂ ਨੂੰ ਸਿੱਖਣ 'ਚ ਰੁਚੀ ਵਧਾਓ। ਇਸ ਨਾਲ ਤੁਹਾਡੀ ਸੋਚ ਵਿਆਪਕ ਹੋਏਗੀ ਤੇ ਤੁਸੀਂ ਜ਼ਿਆਦਾ ਜ਼ਿੰਮੇਵਾਰੀ ਉਠਾਉਣ ਦੇ ਯੋਗ ਬਣ ਸਕੋਗੇ। ਤੀਸਰਾ, ਪ੍ਰਗਤੀਸ਼ੀਲ ਬਣੋ, ਪ੍ਰਗਤੀ ਵਿਰੋਧੀ ਨਾ ਬਣੋ। ਇਸ ਤਰ੍ਹਾਂ ਨਾ ਕਹੋ, ਮੈਂ ਜਿੱਥੇ ਨੌਕਰੀ ਕਰਦਾ ਸੀ ਉੱਥੇ ਇਹ ਕੰਮ ਇਸ ਢੰਗ ਨਾਲ ਹੁੰਦਾ ਸੀ, ਇਸ ਲਈ ਸਾਨੂੰ ਇਹ ਵੀ ਉਸੇ ਢੰਗ ਨਾਲ ਕਰਨਾ ਚਾਹੀਦਾ। ਬਲਕਿ ਇਹ ਕਹੋ, ਜਿੱਥੇ ਮੈਂ ਨੌਕਰੀ ਕਰਦਾ ਸੀ ਉੱਥੇ ਇਹ ਕੰਮ ਇਸ ਤਰੀਕੇ ਨਾਲ ਹੁੰਦਾ ਸੀ, ਇਹਨੂੰ ਹੋਰ ਚੰਗੇ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ। ਪਿੱਛੇ ਲੈ ਜਾਣ ਵਾਲੀਆਂ ਗੱਲਾਂ ਨਾ ਸੋਚੋ, ਉੱਨਤੀ ਦਾ ਵਿਰੋਧ ਨਾ ਕਰੋ। ਅੱਗੇ ਲੈ ਜਾਣ ਵਾਲੀਆਂ ਗੱਲਾਂ ਸੋਚੋ, ਪ੍ਰਗਤੀਸ਼ੀਲ ਢੰਗ ਨਾਲ ਸੋਚੋ। ਸਿਰਫ ਇਸ ਲਈ ਕਿ ਬਚਪਨ ਵਿੱਚ ਤੁਸੀਂ ਸਵੇਰੇ ਪੇਪਰ ਵੰਡਣ ਦਾ ਜਾਂ ਗਾਂ ਦਾ ਦੁੱਧ ਚੋਣ ਲਈ 5:30 ਵਜੇ ਜਾਗ ਜਾਂਦੇ ਸੀ, ਤੁਸੀਂ ਆਪਣੇ ਬੱਚਿਆਂ ਤੋਂ ਇਸ ਤਰ੍ਹਾਂ ਕਰਨ ਦੀ ਆਸ ਨਹੀਂ ਰੱਖ ਸਕਦੇ। ਕਲਪਨਾ ਕਰੋ ਕੀ ਹੋਏਗਾ ਜੇ ਫੋਰਡ ਕੰਪਨੀ ਦੀ ਮੈਨੇਜਮੈਂਟ ਇਹ ਸੋਚ ਲਏ ਕਿ ਅਸੀਂ ਇਸ ਸਾਲ ਆਟੋਮੋਬਾਈਲ ਦੇ ਇਤਿਹਾਸ ਦੀ ਸਭ ਤੋਂ ਵਧੀਆ ਕਾਰ ਬਣਾ ਲਈ ਹੈ। ਇਸ ਤੋਂ ਵੱਧ ਸੁਧਾਰ ਹੋ ਪਾਉਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਸਾਰੇ ਇੰਜੀਨੀਅਰਿੰਗ ਤੇ ਡਿਜ਼ਾਈਨਿੰਗ ਦੇ ਪ੍ਰਯੋਗ ਹੁਣ ਹਮੇਸ਼ਾ ਲਈ ਬੰਦ ਕੀਤੇ ਜਾਂਦੇ ਹੈ। ਫੋਰਡ ਕਾਰਪੋਰੇਸ਼ਨ ਵਰਗੀ ਪ੍ਰਸਿੱਧ ਕੰਪਨੀ ਵੀ ਇਸ ਢੰਗ ਨੂੰ ਅਪਣਾ ਕੇ ਆਪਣਾ ਬਿਜ਼ਨਸ ਚੌਪਟ ਕਰ ਲਏਗੀ। ਸਫਲ ਕੰਪਨੀਆਂ ਵਾਂਗ ਹੀ ਸਫਲ ਲੋਕ ਆਪਣੇ ਆਪ ਤੋਂ ਇਹ ਸਵਾਲ ਪੁੱਛਦੇ ਹੈ, ਮੈਂ ਕਿਸ ਤਰ੍ਹਾਂ ਆਪਣੇ ਪ੍ਰਦਰਸ਼ਨ ਦੀ ਕੁਆਲਿਟੀ ਸੁਧਾਰ ਸਕਦਾ ਹਾਂ? ਮੈਂ ਕਿਵੇਂ ਇਸ ਕੰਮ ਨੂੰ ਹੋਰ ਬਿਹਤਰ ਕਰ ਸਕਦਾ ਹਾਂ? ਮਿਸਾਈਲ ਬਣਾਉਣ ਤੋਂ ਲੈ ਕੇ ਬੱਚੇ ਪਾਲਣ ਤੱਕ ਦੇ ਸਾਰੇ ਇਨਸਾਨੀ ਕੰਮਾਂ ਵਿੱਚ ਪੂਰਨਤਾ ਸੰਭਵ ਨਹੀਂ ਹੈ। ਇਹਦਾ ਅਰਥ ਇਹ ਹੈ ਕਿ ਹਰ ਕੰਮ 'ਚ
ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਸਫਲ ਲੋਕ ਇਸ ਗੱਲ ਨੂੰ ਜਾਣਦੇ ਆ ਤੇ ਉਹ ਹਮੇਸ਼ਾ ਬਿਹਤਰ ਤਰੀਕਿਆਂ ਦੀ ਭਾਲ 'ਚ ਰਹਿੰਦੇ ਆ। ਨੋਟ: ਸਫਲ ਆਦਮੀ ਇਹ ਨਹੀਂ ਪੁੱਛਦਾ ਕਿ ਇਹਨੂੰ ਹੋਰ ਚੰਗੇ ਢੰਗ ਨਾਲ ਕੀਤਾ ਜਾ ਸਕਦਾ, ਉਹ ਜਾਣਦਾ ਹੈ ਕਿ ਇਹ ਸੰਭਵ ਹੈ, ਇਸ ਲਈ ਉਹ ਇਹ ਸਵਾਲ ਪੁੱਛਦਾ ਹੈ, ਇਹਨੂੰ ਚੰਗੇ ਤਰੀਕੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ। ਕੁਝ ਮਹੀਨੇ ਪਹਿਲਾਂ ਮੇਰੀ ਇੱਕ ਪੁਰਾਣੀ ਵਿਦਿਆਰਥਣ ਨੇ ਬਿਜ਼ਨਸ 'ਚ ਆਉਣ ਦੇ 4 ਸਾਲਾਂ ਅੰਦਰ ਹੀ ਆਪਣਾ ਚੌਥਾ ਹਾਰਡਵੇਅਰ ਸਟੋਰ ਖੋਲ੍ਹ ਲਿਆ। ਇਹ ਬਹੁਤ ਵੱਡੀ ਗੱਲ ਸੀ। ਮੈਂ ਜਾਣਦਾ ਸੀ ਕਿ ਉਹ ਮਹਿਲਾ ਨੇ ਕੇਵਲ $3500 ਦੀ ਛੋਟੀ ਜਿਹੀ ਪੂੰਜੀ ਨਾਲ ਬਿਜ਼ਨਸ ਸ਼ੁਰੂ ਕੀਤਾ। ਉਹਨੂੰ ਦੂਜੇ ਪ੍ਰਤੀਯੋਗੀਆਂ ਨਾਲ ਜ਼ਬਰਦਸਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨੂੰ ਬਿਜ਼ਨਸ 'ਚ ਆਏ ਹੋਏ ਜ਼ਿਆਦਾ ਸਮਾਂ ਵੀ ਨਹੀਂ ਸੀ ਹੋਇਆ। ਸਟੋਰ ਖੁੱਲ੍ਹਣ ਦੇ ਕੁਝ ਸਮੇਂ ਬਾਅਦ ਹੀ ਉਹਨੂੰ ਵਧਾਈ ਦੇਣ ਲਈ ਮੈਂ ਉਹਦੇ ਸਟੋਰ 'ਚ ਗਿਆ। ਮੈਂ ਉਹਨੂੰ ਗੱਲਾਂ-ਗੱਲਾਂ 'ਚ ਪੁੱਛਿਆ ਕਿ ਜਦੋਂ ਬਾਕੀ ਦੇ ਵਪਾਰੀ ਇੱਕ ਸਟੋਰ ਵੀ ਠੀਕ ਤਰ੍ਹਾਂ ਨਹੀਂ ਚਲਾ ਪਾ ਰਹੇ, ਉਹ ਕਿਵੇਂ 3 ਸਟੋਰਾਂ ਨੂੰ ਸਫਲਤਾ ਨਾਲ ਚਲਾ ਰਹੀ ਹੈ ਤੇ ਹੁਣ ਉਹਨੇ ਚੌਥਾ ਸਟੋਰ ਵੀ ਸ਼ੁਰੂ ਕਰ ਲਿਆ। ਸੁਭਾਵਕ ਹੈ, ਉਹਨੇ ਜਵਾਬ ਦਿੱਤਾ, ਮੈਂ ਇਸ ਵਾਸਤੇ ਮਿਹਨਤ ਕਰਦੀ ਹਾਂ, ਪਰ ਛੇਤੀ ਉੱਠਣ ਤੇ ਦੇਰ ਤਾਈਂ ਮਿਹਨਤ ਕਰਨ ਦੇ ਕਾਰਨ ਹੀ ਮੈਂ 4 ਸਟੋਰ ਖੋਲ੍ਹਣ 'ਚ ਸਫਲ ਨਹੀਂ ਹੋਈ। ਮੇਰੇ ਬਿਜ਼ਨਸ 'ਚ ਜ਼ਿਆਦਾਤਰ ਲੋਕ ਕਰੜੀ ਮਿਹਨਤ ਕਰਦੇ ਹੈ। ਮੈਂ ਆਪਣੀ ਸਫਲਤਾ ਲਈ ਜਿਸ ਗੱਲ ਨੂੰ ਇਹਦਾ ਸਭ ਤੋਂ ਵੱਧ ਵਡਿਆਈ ਦੇਣਾ ਚਾਹਾਂਗੀ ਉਹ ਹੈ ਮੇਰਾ ਬਣਾਇਆ ਹੋਇਆ ਹਫ਼ਤਾਵਾਰੀ ਸੁਧਾਰ ਪ੍ਰੋਗਰਾਮ। ਹਫ਼ਤਾਵਾਰੀ ਸੁਧਾਰ ਪ੍ਰੋਗਰਾਮ, ਇਹ ਵਾਕ ਸੁਣਨ 'ਚ ਚੰਗਾ ਲੱਗਦਾ ਹੈ, ਪਰ ਇਹ ਹਫ਼ਤਾਵਾਰੀ ਸੁਧਾਰ ਪ੍ਰੋਗਰਾਮ ਹੈ ਕੀ? ਮੈਂ ਪੁੱਛਿਆ। ਇਸ 'ਚ ਕੋਈ ਵੱਡੀ ਗੱਲ ਨਹੀਂ, ਉਹਨੇ ਕਿਹਾ। ਇਹ ਕੇਵਲ ਇੱਕ ਯੋਜਨਾ ਹੈ ਜਿੱਥੋਂ ਮੈਂ ਹਰ ਹਫ਼ਤੇ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੇ ਤਰੀਕਿਆਂ ਤੇ ਵਿਚਾਰਾਂ ਕਰਦੀ ਹਾਂ। ਭਵਿੱਖ ਵਿੱਚ ਜ਼ਿਆਦਾ ਸਫਲ ਹੋਣ ਲਈ ਮੈਂ ਆਪਣੇ ਕੰਮਾਂ ਨੂੰ 4 ਹਿੱਸਿਆਂ 'ਚ ਵੰਡ ਲਿਆ: ਗਾਹਕ, ਵਰਕਰ, ਮਾਲ ਤੇ ਪ੍ਰਮੋਸ਼ਨ। ਪੂਰੇ ਹਫ਼ਤੇ ਮੈਂ ਨੋਟ ਬਣਾਉਂਦੀਆਂ ਤੇ ਆਪਣੇ ਦਿਮਾਗ 'ਚ ਆਉਣ ਵਾਲੇ ਹਰ ਉਸ ਵਿਚਾਰ ਨੂੰ ਲਿਖ ਲੈਂਦੀ ਹਾਂ ਕਿ ਮੈਂ ਕਿਵੇਂ ਆਪਣੇ ਬਿਜ਼ਨਸ ਨੂੰ ਸੁਧਾਰ ਸਕਦੀ ਹਾਂ। ਫਿਰ ਹਰ ਸੋਮਵਾਰ ਨੂੰ ਮੈਂ ਸਵੇਰੇ 4 ਘੰਟੇ ਆਪਣੇ ਲਿਖੇ ਵਿਚਾਰਾਂ ਨੂੰ ਪੜ੍ਹਦੀ ਤੇ ਇਹ ਤੈਅ ਕਰਦੀ ਹਾਂ ਕਿ ਕਿਹੜੇ ਵਿਚਾਰਾਂ ਦਾ ਇਸਤੇਮਾਲ ਮੈਂ ਆਪਣੇ ਬਿਜ਼ਨਸ 'ਚ ਕਰ ਸਕਦੀ ਹਾਂ। ਇਹਨਾਂ 4 ਘੰਟਿਆਂ ਦੇ ਸਮੇਂ ਅੰਦਰ ਮੈਂ ਆਪਣੇ ਕੰਮਾਂ ਦਾ ਸਖਤ ਮੁਲਾਂਕਣ ਕਰਦੀ ਹਾਂ। ਮੈਂ ਕੇਵਲ ਇੰਨਾ ਹੀ ਨਹੀਂ ਚਾਹੁੰਦੀ ਕਿ ਮੇਰੇ ਸਟੋਰ 'ਚ ਜ਼ਿਆਦਾ ਗਾਹਕ ਆਉਣ, ਇਹਦੀ ਬਜਾਏ ਮੈਂ ਆਪਣੇ ਆਪ ਨੂੰ ਪੁੱਛਦੀ ਹਾਂ, ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਮੈਂ ਹੋਰ ਕੀ ਕਰ ਸਕਦੀ ਹਾਂ? ਮੈਂ ਕਿਵੇਂ ਨਿਯਮਤ ਵਫਾਦਾਰ ਗਾਹਕਾਂ ਨੂੰ ਵਧਾ ਸਕਦੀ ਹਾਂ? ਫਿਰ ਉਹਨੇ ਮੈਨੂੰ ਉਹਨਾਂ ਛੋਟੇ-ਛੋਟੇ ਉਪਾਵਾਂ ਬਾਰੇ ਦੱਸਿਆ ਜਿਹਦੇ ਕਾਰਨ ਉਹਦੇ 3 ਸਟੋਰ ਸਫਲ ਹੋਏ। ਸਮਾਨ ਜਮਾਉਣ ਦਾ ਢੰਗ, ਸੁਝਾਅ ਦੇ ਕੇ ਸਮਾਨ ਵੇਚਣ ਦੀ ਕਲਾ, ਜਿਸ ਨਾਲ ਉਹ ਆਪਣੇ ਗਾਹਕਾਂ ਨੂੰ 2 ਜਾਂ 3 ਇਹੋ ਜਿਹੀਆਂ ਚੀਜ਼ਾਂ ਵੀ ਖਰੀਦਵਾ ਦਿੰਦੀ ਸੀ ਜਿਨ੍ਹਾਂ ਨੂੰ ਖਰੀਦਣ ਦੇ ਇਰਾਦੇ ਨਾਲ ਉਹ ਸਟੋਰ 'ਚ ਨਹੀਂ ਸੀ ਆਏ। ਹੜਤਾਲਾਂ ਸਮੇਂ ਆਪਣੇ ਬੇਰੁਜ਼ਗਾਰ ਗਾਹਕਾਂ ਲਈ ਉਧਾਰ ਦੇਣ ਦੀਆਂ ਸਕੀਮਾਂ, ਪ੍ਰਤੀਯੋਗਤਾਵਾਂ ਤੇ ਇਨਾਮ ਜਿਹੜੇ ਉਹਨੇ ਮੰਦੀ ਦੇ ਦੌਰ 'ਚ ਵਿਕਰੀ ਵਧਾਉਣ ਲਈ ਸ਼ੁਰੂ ਕੀਤੇ ਸੀ। ਮੈਂ ਆਪਣੇ ਆਪ ਨੂੰ ਪੁੱਛਦੀ ਹਾਂ, ਮੈਂ ਆਪਣੇ ਬਿਜ਼ਨਸ ਨੂੰ ਸੁਧਾਰਨ ਲਈ ਕੀ ਕਰ ਸਕਦੀ ਹਾਂ? ਇਹਦੇ ਜਵਾਬ 'ਚ ਮੇਰੇ ਦਿਮਾਗ ਅੰਦਰ ਬੜੇ ਵਿਚਾਰ ਆਉਂਦੇ ਆ। ਮੈਂ ਤੁਹਾਨੂੰ ਕੇਵਲ ਇੱਕ ਉਦਾਹਰਨ ਦੱਸਣਾ ਚਾਹੁੰਦੀ ਹਾਂ। 4 ਹਫ਼ਤੇ ਪਹਿਲਾਂ ਮੈਂ ਸੋਚਿਆ ਮੈਂ ਆਪਣੇ ਸਟੋਰ 'ਚ ਛੋਟੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਕੁਝ ਕਰਾਂ। ਮੈਂ ਸੋਚਿਆ ਜੇ ਛੋਟੇ ਬੱਚੇ ਸਟੋਰ 'ਚ ਆਉਣਾ ਚਾਹਣਗੇ ਤਾਂ ਉਹਨਾਂ ਦੇ ਮਾਪਿਓ ਆਪਣੇ ਆਪ ਮੇਰੇ ਸਟੋਰ ਤੋਂ ਸਮਾਨ ਖਰੀਦਣਗੇ। ਮੈਂ ਇਸ ਬਾਰੇ ਸੋਚਦੀ ਰਹੀ, ਇੱਕ ਯੋਜਨਾ ਬਣਾਈ। ਮੈਂ 4 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਛੋਟੇ-ਛੋਟੇ ਖਿਡੌਣੇ ਲਾਈਨ 'ਚ ਰਖਵਾਤੇ। ਖਿਡੌਣਿਆਂ ਨੂੰ ਰੱਖਣ ਲਈ ਜ਼ਿਆਦਾ ਥਾਂ ਨਹੀਂ ਸੀ ਤੇ ਬੱਚੇ ਇਹਨਾਂ ਨੂੰ ਧੜਾ-ਧੜ ਖਰੀਦ ਰਹੇ ਸੀ, ਜਿਸ ਨਾਲ ਮੈਨੂੰ ਬਹੁਤ ਫਾਇਦਾ ਹੋਇਆ। ਪਰ ਇਸ ਤੋਂ ਵੀ ਵੱਡਾ ਫਾਇਦਾ ਇਹ ਹੋਇਆ ਕਿ ਇਹਨਾਂ ਖਿਡੌਣਿਆਂ ਕਰਕੇ ਮੇਰੇ ਸਟੋਰ 'ਚ ਜ਼ਿਆਦਾ ਗਾਹਕ ਆਉਣ ਲੱਗੇ। ਯਕੀਨ ਕਰੋ, ਉਹਨੇ ਕਿਹਾ, ਮੇਰਾ ਹਫ਼ਤਾਵਾਰੀ ਸੁਧਾਰ ਪ੍ਰੋਗਰਾਮ ਸੱਚਮੁੱਚ ਕੰਮ ਕਰਦਾ ਹੈ। ਮੈਂ ਸਿਰਫ ਆਪਣੇ ਆਪ ਨੂੰ ਇਹ ਸਵਾਲ ਪੁੱਛਦੀ ਹਾਂ, ਮੈਂ ਕਿਵੇਂ ਆਪਣੇ ਕੰਮ ਨੂੰ ਸੁਧਾਰ ਸਕਦੀ ਹਾਂ, ਤੇ ਮੈਨੂੰ ਜਵਾਬ ਆਪਣੇ ਆਪ ਮਿਲ ਜਾਂਦੇ ਆ। ਸ਼ਾਇਦ ਇਹੋ ਜਿਹਾ ਕੋਈ ਦਿਨ ਹੋਵੇ ਜਦੋਂ ਮੇਰੇ ਦਿਮਾਗ 'ਚ ਜ਼ਿਆਦਾ ਮੁਨਾਫਾ ਕਮਾਉਣ ਦੀ ਕੋਈ ਯੋਜਨਾ ਨਾ ਆਈ ਹੋਵੇ। ਤੇ ਮੈਂ ਸਫਲ ਬਿਜ਼ਨਸ ਦੇ ਬਾਰੇ ਇੱਕ ਹੋਰ ਮਹੱਤਵਪੂਰਨ ਗੱਲ ਸਿੱਖੀ ਹੈ ਜਿਹੜੀ ਹਰ ਬਿਜ਼ਨਸਮੈਨ ਨੂੰ ਸਿੱਖਣੀ ਚਾਹੀਦੀ ਹੈ। ਉਹ ਕੀ? ਮੈਂ ਪੁੱਛਿਆ। ਕੇਵਲ ਇਹ ਕਿ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਵਕਤ ਕਿੰਨਾ ਜਾਣਦੇ ਹੋ, ਇਹ ਮਹੱਤਵਪੂਰਨ ਨਹੀਂ ਹੁੰਦਾ, ਪਰ ਤੁਸੀਂ ਬਿਜ਼ਨਸ ਸ਼ੁਰੂ ਕਰਨ ਤੋਂ ਬਾਅਦ ਕਿੰਨਾ ਸਿੱਖਦੇ ਹੋ ਤੇ ਆਪਣੇ ਆਪ ਨੂੰ ਕਿੰਨਾ ਸੁਧਾਰਦੇ ਹੋ, ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਵੱਡੀ ਸਫਲਤਾ ਉਹਨਾਂ ਲੋਕਾਂ ਦਾ ਦਰਵਾਜ਼ਾ ਖੜਕਾਉਂਦੀ ਹੈ ਜਿਹੜੇ ਲਗਾਤਾਰ ਆਪਣੇ ਆਪ ਤੇ ਦੂਜਿਆਂ ਦੇ ਸਾਹਮਣੇ ਉੱਚੇ ਨਿਸ਼ਾਨੇ ਰੱਖਦੇ ਹੈ, ਜਿਹੜੇ ਆਪਣੀ ਕਾਰਜ ਸਮਰੱਥਾ ਸੁਧਾਰਨਾ ਚਾਹੁੰਦੇ ਆ, ਜਿਹੜੇ ਘੱਟ ਲਾਗਤ ਤੇ ਚੰਗਾ ਮਾਲ ਦੇਣਾ ਚਾਹੁੰਦੇ ਆ, ਜਿਹੜੇ ਘੱਟ ਯਤਨਾਂ ਨਾਲ ਜ਼ਿਆਦਾ ਕੰਮ ਕਰਨਾ ਚਾਹੁੰਦੇ ਆ। ਉੱਚੀ ਸਫਲਤਾ ਉਸੇ ਆਦਮੀ ਨੂੰ ਮਿਲਦੀ ਹੈ ਜਿਹਦਾ ਰਵੱਈਆ ਹੁੰਦਾ ਹੈ ਕਿ ਮੈਂ ਇਹਨੂੰ ਚੰਗੇ ਢੰਗ ਨਾਲ ਕਰ ਸਕਦਾ ਹਾਂ। ਜਨਰਲ ਇਲੈਕਟ੍ਰਿਕ ਦਾ ਨਾਰਾ ਹੈ, 29 ਸਾਡਾ ਸਭ ਤੋਂ ਮਹੱਤਵਪੂਰਨ ਪ੍ਰੋਡਕਟ ਹੈ
ਕਿਉਂ ਨਾ ਤੁਸੀਂ ਵੀ 29 ਨੂੰ ਆਪਣਾ ਸਭ ਤੋਂ ਮਹੱਤਵਪੂਰਨ ਪ੍ਰੋਡਕਟ ਬਣਾਓ। ਮੈਂ ਇਹਨੂੰ ਚੰਗੇ ਢੰਗ ਨਾਲ ਕਰ ਸਕਦਾ ਵਾਲੀ ਫਿਲਾਸਫੀ ਜਾਦੂ ਵਾਂਗ ਕੰਮ ਕਰਦੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਪੁੱਛਦੇ ਹੋ ਮੈਂ ਇਹਨੂੰ ਕਿਸ ਤਰ੍ਹਾਂ ਸੁਧਾਰ ਸਕਦਾ, ਤਾਂ ਤੁਹਾਡਾ ਰਚਨਾਤਮਕ ਬੱਲਬ ਜਗ ਉੱਠਦਾ ਹੈ। ਤੁਹਾਡੇ ਦਿਮਾਗ ਅੰਦਰ ਕੰਮ ਕਰਨ ਤੇ ਬਿਹਤਰ ਤਰੀਕੇ ਆਪਣੇ ਆਪ ਆਉਣ ਲੱਗਦੇ ਆ। ਇੱਥੇ ਇੱਕ ਰੋਜ਼ਾਨਾ ਦਾ ਅਭਿਆਸ ਦਿੱਤਾ ਜਾ ਰਿਹਾ ਜਿਹਦੀ ਸਹਾਇਤਾ ਨਾਲ ਮੈਂ ਇਹਨੂੰ ਬਿਹਤਰ ਢੰਗ ਨਾਲ ਕਰ ਸਕਦੇ ਹਾਂ। ਰਵੱਈਏ ਦੀ ਤਾਕਤ ਨੂੰ ਪਹਿਚਾਣ ਕੇ ਵਿਕਸਿਤ ਕਰ ਸਕਦੇ ਹਾਂ। ਹਰ ਦਿਨ ਕੰਮ ਸ਼ੁਰੂ ਕਰਨ ਤੋਂ ਪਹਿਲਾਂ 10 ਮਿੰਟ ਇਹ ਸੋਚੋ, ਅੱਜ ਮੈਂ ਆਪਣੇ ਕੰਮ ਨੂੰ ਕਿਵੇਂ ਸੁਧਾਰ ਸਕਦਾ, ਪਹਿਲੇ ਤੋਂ ਵਧੀਆ ਕਿਵੇਂ ਕਰ ਸਕਦਾ। ਪੁੱਛੋ, ਅੱਜ ਮੈਂ ਆਪਣੇ ਵਰਕਰਾਂ ਦਾ ਉਤਸ਼ਾਹ ਕਿਵੇਂ ਵਧਾ ਸਕਦਾ, ਅੱਜ ਮੈਂ ਆਪਣੇ ਗਾਹਕਾਂ ਲਈ ਕੀ ਖਾਸ ਕਰ ਸਕਦਾ, ਮੈਂ ਆਪਣੀ ਨਿੱਜੀ ਕਾਰਜ ਸਮਰੱਥਾ ਕਿਵੇਂ ਵਧਾ ਸਕਦਾ। ਇਹ ਅਭਿਆਸ ਸਰਲ ਵੀ ਹੈ ਤੇ ਬੜੇ ਕੰਮ ਦਾ ਵੀ ਹੈ। ਇਹਨੂੰ ਅਜ਼ਮਾ ਕੇ ਦੇਖੋ, ਤੁਸੀਂ ਪਾਓਗੇ ਕਿ ਇਹਦੇ ਰਚਨਾਤਮਕ ਤਰੀਕਿਆਂ ਦਾ ਉਪਯੋਗ ਕਰਨ ਤੇ ਤੁਸੀਂ ਵੱਡੀ ਸਫਲਤਾ ਹਾਸਲ ਕਰ ਸਕਦੇ ਹੋ। ਧੰਨਵਾਦ।